सत श्रीकाल जी। पंजाब मेल USA देखने वाले सारे ही दर्शकों का बहुत बहुत स्वागत है प्रोग्राम खबर जंक्शन ਦੇ ਵਿੱਚ। मैं हरकमल दोस्तों ਅਸੀਂ ਅਕਸਰ ਦੇਖਦੇ ਹਾਂ ਕਿ ਦੇਸ਼ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਇਹ ਘਟਨਾਵਾਂ ਸਾਡੇ ਤੱਕ ਪਹੁੰਚਦੀਆਂ ਨੇ ਟੀਵੀ ਦੇ ਜ਼ਰੀਏ, ਅਖਬਾਰਾਂ ਦੇ ਜ਼ਰੀਏ, ਰੇਡੀਓ ਦੇ ਜ਼ਰੀਏ। ਲੇਕਿਨ ਇਹਨਾਂ ਘਟਨਾਵਾਂ, ਇਹਨਾਂ ਖਬਰਾਂ ਦੇ ਵਿੱਚ ਕੀ ਤੁਹਾਨੂੰ ਲੱਗਦਾ ਕਿ ਸੱਚਾਈ ਤੁਹਾਡੇ ਤੱਕ ਪਹੁੰਚ ਪਾਉਂਦੀ ਹੈ? ਨਹੀਂ, ਕਿਉਂਕਿ ਬਿਆਨਬਾਜ਼ੀ ਦੇ ਵਿੱਚ ਕਈ ਵਾਰੀ ਇਹ ਬਿਆਨਬਾਜ਼ੀ ਗਲਤ ਵੀ ਹੋ ਜਾਂਦੀ ਹੈ। ਉਹਦੇ ਤੇ ਨਜ਼ਰ ਰਹਿੰਦੀ ਹੈ ਕਿਸੇ ਨਾ ਕਿਸੇ ਐਕਸਪਰਟ ਦੀ, ਔਰ ਇਹੋ ਜਿਹੇ ਕਿਸੇ ਐਕਸਪਰਟ ਨੂੰ ਅਸੀਂ ਆਪਣੇ ਇਸ ਪ੍ਰੋਗਰਾਮ ਖਬਰ ਜੰਕਸ਼ਨ ਦੇ ਵਿੱਚ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਨੂੰ ਸੱਚੀ ਤੇ ਸਟੀਕ ਖਬਰ ਦੀ ਜਾਣਕਾਰੀ ਮਿਲੇ। ਸੋ ਸਾਡੇ ਨਾਲ ਅੱਜ ਮੌਜੂਦ ਨੇ ਸਾਡੇ ਬਹੁਤ ਹੀ ਮਾਣਯੋਗ ਐਕਸਪਰਟ ਸਰਦਾਰ ਨਰਿੰਦਰ ਸੱਤੀ ਜੀ। ਅਸੀਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਵੀ ਕਰਦੇ ਹਾਂ ਸਟੂਡੀਓ ਦੇ ਵਿੱਚ। ਔਰ ਅੱਜ ਭਲਕੇ ਕੀ ਕੁਝ ਘਟਿਆ, ਕੀ ਕੁਝ ਵਾਪਰਿਆ ਜਿਹਦਾ ਸਾਡੀ ਜ਼ਿੰਦਗੀ ਤੇ ਵੀ ਅਸਰ ਰਹੇਗਾ, ਉਹਦੇ ਬਾਰੇ ਇਹਨਾਂ ਤੋਂ ਜਾਣਦੇ ਹਾਂ। ਸੱਤੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ। ਕਮਲਪ੍ਰੀਤ ਜੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜਿਨ੍ਹਾਂ ਨੇ ਖਬਰ ਜੰਕਸ਼ਨ 'ਚ ਮੈਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ। ਜੀ ਸੱਤੀ ਸਾਹਿਬ, ਤੁਸੀਂ ਦੇਖ ਰਹੇ ਹੋ ਕਿ ਅੱਜ ਕੱਲ੍ਹ ਜਿਹੜਾ ਰਾਜਨੀਤੀ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਜੀ। ਹਰ ਇੱਕ ਪਾਰਟੀ ਜਿਹੜੀ ਹੈ ਉਹ ਇਹੀ ਚਾਹੁੰਦੀ ਹੈ ਕਿ ਉਹਦਾ ਰਾਜ ਹੋਏ, ਔਰ ਉਹ ਗੱਲਾਂ ਜਿਹੜੀਆਂ ਲੋਕਾਂ ਨੂੰ ਦੱਸਦੇ ਨੇ ਉਹ ਉਹਨਾਂ ਦੇ ਚੰਗੇ ਫਾਇਦੇ ਦੀਆਂ ਨੇ ਜਾਂ ਨੁਕਸਾਨ ਦੀਆਂ ਨੇ, ਇਹਦੇ ਬਾਰੇ ਲੋਕ ਵੀ ਨਹੀਂ ਜਾਣ ਪਾਉਂਦੇ। ਕਿਉਂਕਿ ਜਿਸ ਵੇਲੇ ਉਹ ਸੱਤਾ ਦੇ ਵਿੱਚ ਨਹੀਂ ਹੁੰਦੀਆਂ ਉਸ ਵੇਲੇ ਤੇ ਉਹਨਾਂ ਨੂੰ ਉਹ ਬਹੁਤ ਆਪਣੀਆਂ ਲੱਗਦੀਆਂ ਨੇ, ਲੇਕਿਨ ਜਦੋਂ ਸੱਤਾ ਦੇ ਵਿੱਚ ਆ ਜਾਂਦੀਆਂ ਤਾਂ ਗੱਲ ਉਹਦੇ ਤੋਂ ਬਿਲਕੁਲ ਉਲਟ ਹੋ ਜਾਂਦੀ ਹੈ ਜੀ। ਹਾਲ ਹੀ ਦੇ ਵਿੱਚ ਮੌਨਸੂਨ ਇਜਲਾਸ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ, ਜਿਹਦੇ 'ਚ ਪ੍ਰਸ਼ਨ ਕਾਲ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ। ਕੀ ਕਹਿਣਾ ਚਾਹੋਗੇ? ਕਮਲਪ੍ਰੀਤ ਜੀ, ਜਿਹੜਾ ਮੌਨਸੂਨ ਇਜਲਾਸ ਆ ਸੰਸਦ ਦਾ, ਇਹ ਬਜਟ ਸੈਸ਼ਨ ਜਿਹੜਾ ਮਾਰਚ ਦੇ ਵਿੱਚ ਖਤਮ ਹੋਇਆ ਸੀ, ਉਸ ਤੋਂ ਬਾਅਦ ਹੁਣ ਸੰਸਦ ਜੁੜ ਰਹੀ ਆ। ਪਰ ਇਹ ਦੁੱਖ ਦੀ ਗੱਲ ਆ ਵੀ ਨਿਰਾ ਪ੍ਰਸ਼ਨ ਕਾਲ ਹੀ ਨਹੀਂ ਖਤਮ ਕੀਤਾ, ਸਿਫਰ ਕਾਲ ਵੀ ਖਤਮ ਕਰ ਦਿੱਤਾ। ਪ੍ਰਾਈਵੇਟ ਮੈਂਬਰ ਬਿੱਲ ਹੁੰਦੇ ਨੇ ਉਹ ਵੀ ਪੇਸ਼ ਨਹੀਂ ਹੋ ਸਕਦੇ। ਔਰ 14 ਸਤੰਬਰ ਤੋਂ ਲੈ ਕੇ 1 ਅਕਤੂਬਰ ਤੱਕ ਜਿਹੜਾ ਮਾਨਸੂਨ ਸੈਸ਼ਨ ਚੱਲੇਗਾ। ਪਰ ਦੁੱਖ ਦੀ ਗੱਲ ਆ ਵੀ ਵਿਰੋਧੀ ਧਿਰ ਕੋਈ ਸਵਾਲ ਹੀ ਨਹੀਂ ਕਰ ਸਕਦੀ। ਔਰ ਅਜਿਹਾ ਸ਼ਾਇਦ 1950 ਤੋਂ ਬਾਅਦ ਪਹਿਲੀ ਵਾਰ ਹੋ ਰਿਹਾ ਵੀ ਵਿਰੋਧੀ ਧਿਰ ਨੂੰ ਸਵਾਲ ਪੁੱਛਣ ਦਾ ਕੋਈ ਹੱਕ ਨਹੀਂ। ਜਿਹੜੇ ਕਾਂਗਰਸ ਦੇ ਆਗੂ ਨੇ, ਸ਼ਸ਼ੀ ਥਰੂਰ ਹੁਰੀ ਵਿਰੋਧੀ ਧਿਰ ਦੇ ਆਗੂ ਨੇ ਆਪਣੀ ਪਾਰਲੀਮੈਂਟ ਤੇ, ਉਹਨਾਂ ਨੇ ਕਿਹਾ ਵੀ ਜਿਹੜੀ ਸੰਸਦ ਦੇ ਸੈਸ਼ਨ ਹੁੰਦੇ ਨੇ, ਇਜਲਾਸ ਹੁੰਦੇ ਆ, ਇਹ ਇੱਕ ਤਰ੍ਹਾਂ ਦੇ ਆਕਸੀਜਨ ਹੁੰਦੇ ਆ। ਔਰ ਸਰਕਾਰ ਨੇ ਅਜਿਹਾ ਕਰਕੇ ਵਿਰੋਧੀ ਧਿਰ ਨੇ, ਸਮੁੱਚੀ ਵਿਰੋਧੀ ਧਿਰ ਨੇ ਕਿਹਾ ਵੀ ਜਿਹੜਾ ਇਹ ਜਮਹੂਰੀਅਤ ਦਾ ਕਤਲ ਹੈ ਇੱਕ ਤਰ੍ਹਾਂ ਨਾਲ। ਹੁਣ ਆਪਣੇ ਇੱਕ ਤਾਜ਼ਾ ਹੀ ਗੱਲ ਲੈ ਲਈਏ ਆਪਾਂ ਵੀ GDP ਗਰੋਥ ਜਿਹੜਾ ਆ ਦੇਸ਼ ਦਾ ਆਲ ਟਾਈਮ ਲੋ, ਅੱਜ ਤੱਕ ਅਜਿਹਾ ਕਦੀ ਨਹੀਂ ਹੋਇਆ ਵੀ 25 ਮਾਈਨਸ ਜਾ ਰਿਹਾ ਹੈ ਨਾ। ਔਰ ਦੇਸ਼ ਦੇ ਵਿੱਚ ਹਰ ਜਿਹੜਾ ਥੋੜੀ ਬਹੁਤ ਸੋਚੀ ਰੱਖਣ ਵਾਲਾ ਵੀ ਆਰਥਿਕਤਾ ਬਾਰੇ ਹਾਹਾਕਾਰ ਮਚੀ ਹੋਈ ਆ ਵੀ ਯਾਰ ਆਪਣੇ ਦੇਸ਼ ਦੀ GDP ਜਿਹੜੀ ਆ, ਗ੍ਰੋਸ ਡੋਮੈਸਟਿਕ ਜਿਹੜੀ ਪ੍ਰੋਡਕਟ ਆ, ਉਹ ਇੰਨੀ ਲੋ ਜਾ ਸਕਦੀ ਆ। ਵਿਰੋਧੀ ਧਿਰ ਗੱਲ ਕਰ ਸਕਦੀ ਸੀ ਉੱਥੇ, ਜਦ ਹੁਣ ਕੋਈ ਬਹਿਸ ਦਾ, ਇੱਕ ਤਰ੍ਹਾਂ ਦਾ ਸਮਝ ਲਓ ਵੀ ਬਹਿਸ ਦਾ ਕੋਈ ਮੌਕਾ ਨਹੀਂ ਹੋਣਾ ਪਾਰਲੀਮੈਂਟ ਦੇ ਵਿੱਚ। ਔਰ ਇਹ ਜਿਹੜਾ ਸੈਸ਼ਨ ਚੱਲਣਾ 15-16 ਦਿਨ, ਉਹਦੇ ਵਿੱਚ ਕੋਈ ਛੁੱਟੀ ਨਹੀਂ, ਕੋਈ ਹੌਲੀਡੇ ਨਹੀਂ, ਸੈਚਰਡੇ ਸੰਡੇ ਵੀ ਚੱਲਿਆ ਕਰਾਂਗਾ। ਸਵੇਰੇ ਰਾਜ ਸਭਾ ਜੁੜੇਗੀ, ਸ਼ਾਮ ਨੂੰ ਲੋਕ ਸਭਾ ਜੁੜੇਗੀ। ਪਰ ਉਹ ਕਿਹੋ ਜਿਹੀ ਰਾਜ ਸਭਾ ਜੁੜੇਗੀ, ਕਿਹੋ ਜਿਹੀ ਲੋਕ ਸਭਾ ਜੁੜੇਗੀ ਜਿਹਦੇ ਵਿੱਚ ਵਿਰੋਧੀ ਧਿਰ ਨੂੰ ਕੋਈ ਸਵਾਲ ਪੁੱਛਣ ਦਾ ਹੱਕ ਨਹੀਂ, ਕੋਈ ਸਿਫਰ ਕਾਲ ਨਹੀਂ, ਕੋਈ ਪ੍ਰਸ਼ਨ ਕਾਲ ਨਹੀਂ। ਠੀਕ ਹੈ, ਬਿਲਕੁਲ ਬਿਲਕੁਲ। ਸੱਤੀ ਸਾਹਿਬ, ਜਿਸ ਤਰ੍ਹਾਂ ਕਹਿੰਦੇ ਨਾ ਕਿ ਵੀ ਬਿਨਾਂ ਰੋਇਆ ਤਾਂ ਮਾਂ ਵੀ ਬੱਚੇ ਨੂੰ ਦੁੱਧ ਨਹੀਂ ਦਿੰਦੀ। ਕੀ ਤੁਹਾਨੂੰ ਲੱਗਦਾ ਕਿ ਜਨਤਾ ਦੀਆਂ ਜਿਹੜੀਆਂ ਆਸਾਂ ਉਮੀਦਾਂ ਨੇ ਉਹ ਪੂਰੀਆਂ ਹੋ ਪਾਉਣਗੀਆਂ ਜੇ ਇਸੇ ਤਰ੍ਹਾਂ ਸੈਸ਼ਨ ਚੱਲਦੇ ਰਹੇ? ਦੇਖਣ 'ਚ ਜੋ ਜ਼ਿਆਦਾ ਤੌਰ ਤੇ ਆ ਰਿਹਾ ਉਹਦੇ ਵਿੱਚ ਤਾਂ ਆਸਾਂ ਉਮੀਦਾਂ ਕੀ ਹੋਣੀਆਂ। ਇੱਕ ਆਮ ਮਨੁੱਖ ਜਿਹੜਾ ਆ ਉਹ ਦੋ ਡੰਗ ਦੀ ਰੋਟੀ ਤੋਂ ਆਤਰ ਹੋਇਆ ਪਿਆ ਦੇਸ਼ ਦੇ ਵਿੱਚ ਜੀ। ਠੀਕ ਹੈ, ਧਨੀ ਹੋ ਰਹੇ ਨੇ। ਇੱਕ ਤਰ੍ਹਾਂ ਨਾਲ ਕਾਰਪੋਰੇਟ ਸੈਕਟਰ ਨੂੰ ਦੇਸ਼ ਵੇਚਿਆ ਜਾ ਰਿਹਾ, ਸਾਰਾ ਕੁਝ ਜਿਹੜਾ ਆ ਉਹਦਾ ਨਿੱਜੀਕਰਨ ਹੋ ਰਿਹਾ, ਪ੍ਰਾਈਵੇਟਾਈਜੇਸ਼ਨ ਹੋ ਰਹੀ ਆ। ਤੇ ਉਹ ਆਮ ਮਨੁੱਖ ਕੀ ਆਸ ਕਰ ਸਕਦਾ ਹੈ ਅਜਿਹੀ ਸਰਕਾਰ ਤੋਂ? ਜੀ ਸਤੀ ਸਰ, ਤੁਸੀਂ ਧਨਾਡਾਂ ਦੀ ਗੱਲ ਕੀਤੀ, ਔਰ ਕੱਲ ਇਸੇ ਤਰ੍ਹਾਂ ਦੀ ਇੱਕ ਸੰਸਦੀ ਕਮੇਟੀ ਦੀ ਮੀਟਿੰਗ ਹੋਈ ਜੀ, ਜਿਹਦੇ 'ਚ ਫੇਸਬੁੱਕ ਦੇ ਮੁੱਦੇ ਨੂੰ ਉਠਾਇਆ ਗਿਆ ਜੀ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਇਸ ਤਰ੍ਹਾਂ ਆ, ਕੱਲ ਜਿਹੜੀ ਸਥਾਈ ਕਮੇਟੀ ਆ ਨਾ, ਜਿਹੜਾ ਡਿਜੀਟਲ ਜਾਂ ਆਨਲਾਈਨ ਮੀਡੀਆ ਬਾਰੇ, ਸੋਸ਼ਲ ਮੀਡੀਆ ਬਾਰੇ, ਉਹ ਸ਼ਸ਼ੀ ਥਰੂਰ ਹੀ ਉਹਦੇ ਮੁਖੀ ਨੇ, ਉਸ ਕਮੇਟੀ ਦੇ ਇੰਚਾਰਜ ਨੇ, ਚੇਅਰਮੈਨ ਆ। ਕੱਲ ਜੁੜਨਾ ਸੀ ਵੀ ਜਿਹੜਾ ਫੇਸਬੁੱਕ ਦੇ ਉੱਤੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਉਹਦੀ ਜਿਹੜੀ ਦੁਰਵਰਤੋਂ ਆ ਉਹਦੇ ਬਾਰੇ ਕੱਲ ਮੀਟਿੰਗ ਹੋ ਕੇ ਹਟੀ ਆ। ਔਰ ਉਹਦੇ ਵਿੱਚ ਵਿਰੋਧੀ ਧਿਰਾਂ ਨੇ ਇਹ ਦੋਸ਼ ਲਾਇਆ ਵੀ ਜਿਹੜੀ ਸੋਸ਼ਲ ਮੀਡੀਆ ਆ, ਖਾਸ ਕਰਕੇ ਫੇਸਬੁੱਕ, ਉਹ ਭਾਜਪਾ ਦੀ ਤਰਫਦਾਰੀ ਕਰ ਰਹੀ ਆ, ਕਥਿਤ ਤੌਰ ਤੇ ਕਰ ਰਹੀ ਸ਼ਬਦ ਉਹਨਾਂ ਨੇ ਵਰਤਿਆ। ਔਰ ਸ਼ਸ਼ੀ ਥਰੂਰ ਹੋਰਾਂ ਨੂੰ ਜਿਹੜੇ ਆਪਣੇ
ਮੈਂਬਰ ਪਾਰਲੀਮੈਂਟ ਨੇ ਇੱਕ ਨਟਰਾਜਨ ਸਾਹਿਬ, ਉਹਨਾਂ ਨੇ ਚਿੱਠੀ ਲਿਖੀ ਆ। ਇਸੇ ਤਰ੍ਹਾਂ ਤ੍ਰਿਣਮੂਲ ਕਾਂਗਰਸ ਦੇ ਓਬਰਾਇਨ ਨੇ, ਉਹਨਾਂ ਨੇ ਕਿਹਾ ਵੀ ਜਿਹੜਾ ਉਹਨਾਂ ਨੇ ਮਾਰਕ ਜ਼ੁਕਰਬਰਗ ਨੂੰ ਚਿੱਠੀ ਲਿਖੀ ਆ ਵੀ ਸੋਸ਼ਲ ਮੀਡੀਆ ਦੀ ਜਿਹੜੀ ਫੇਸਬੁੱਕ ਦੀ ਇੱਥੇ ਦੁਰਵਰਤੋਂ ਹੋ ਰਹੀ ਆ ਉਹਨੂੰ ਰੋਕਿਆ ਜਾਵੇ। ਕਥਿਤ ਦੁਰਵਰਤੋਂ ਸ਼ਬਦ ਨਾਲ ਵਰਤਦੇ ਨੇ। ਇਸੇ ਤਰ੍ਹਾਂ ਨਟਰਾਜਨ ਹੁਣੀ ਵੀ ਇਹ ਨਹੀਂ ਕਿਹਾ ਵੀ ਦੁਰਵਰਤੋਂ ਹੋ ਰਹੀ ਹੈ, ਕਥਿਤ ਦੁਰਵਰਤੋਂ ਭਾਵ ਪਈ ਭਾਜਪਾ ਫੇਸਬੁੱਕ ਨੂੰ ਨਫ਼ਰਤੀ ਭਾਸ਼ਣਾਂ ਲਈ ਜਾਂ ਜਿਹੜਾ ਆ ਉਹ ਉਹਦੇ ਇਸਤੇਮਾਲ ਕਰ ਰਹੀ ਹੈ ਤੇ ਉਹਦੇ ਸੰਬੰਧੀ ਹਦਾਇਤਾਂ ਪਈ ਇਹਦੀ ਜਿਹੜੀ ਵਰਤੋਂ ਆ ਸੰਕੋਚ ਨਾਲ ਹੋਵੇ, ਉੱਥੇ ਕੋਈ ਨਫ਼ਰਤ ਨਾ ਫੈਲੇ। ਅਜਿਹਾ ਕੱਲ੍ਹ ਦੀ ਮੀਟਿੰਗ ਦੇ ਸਿੱਟੇ ਨਿਕਲੇ। ਵੈਸੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹਾਂਗੇ ਕਿ ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਤੁਹਾਡੇ ਲਈ ਰਸਤਾ ਹੋ ਸਕਦਾ ਹੈ ਆਪਣੀ ਗੱਲ ਪਹੁੰਚਾਉਣ ਦੇ ਲਈ, ਲੇਕਿਨ ਇੱਥੇ ਜਿੰਨੀਆਂ ਅਫਵਾਹਾਂ ਹੁੰਦੀਆਂ ਨੇ ਔਰ ਜਿੰਨੇ ਗਲਤ ਬਿਆਨਬਾਜ਼ੀ ਹੁੰਦੀ ਆ ਉਹਦੇ ਤੋਂ ਜ਼ਰੂਰ ਬਚਣਾ ਚਾਹੀਦਾ ਹੈ। ਜੀ ਸਤੀ ਸਰ, ਕੇਂਦਰ ਸਰਕਾਰ ਨੇ ਬਹੁਤ ਸਾਰੇ ਫੈਸਲੇ ਕੀਤੇ ਨੇ। ਇੱਕ ਬੜੀ ਮਸ਼ਹੂਰ ਗੇਮ ਹੈ ਜਿਹਦੇ ਵਿੱਚ ਨੌਜਵਾਨ ਆਪਣੇ ਆਪ ਨੂੰ ਫੌਜੀ ਸਮਝਣ ਲੱਗ ਗਏ ਸੀ, ਹੈ ਨਾ। ਉਹ ਸਰਹੱਦ ਤੇ ਜਾ ਕੇ ਤੇ ਨਹੀਂ ਲੜਿਆ ਕਰਦੇ ਸੀਗੇ, ਲੇਕਿਨ ਘਰ ਬੈਠੇ ਹੀ ਦੇਰ ਰਾਤ ਤੱਕ ਪਤਾ ਨਹੀਂ ਕਿਹੜੀ ਜੰਗ ਲੜਦੇ ਸੀ। ਪਬਜੀ ਦੀ ਗੱਲ ਕਰ ਰਿਹਾ ਮੈਂ। ਔਰ ਇਹਦੇ ਨਾਲ 118 ਹੋਰ ਐਪਸ ਨੂੰ ਕੇਂਦਰ ਸਰਕਾਰ ਨੇ ਖਤਮ ਕਰ ਦਿੱਤਾ ਹੈ। ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ? ਪਿੱਛੇ ਜਿਹੇ ਹਾਲੇ ਬਹੁਤੀ ਦੇਰ ਨਹੀਂ ਹੋਈ ਜਦੋਂ ਲਾਈਨ ਆਫ ਕੰਟਰੋਲ ਤੇ ਲਦਾਖ ਖੇਤਰ ਦੇ ਵਿੱਚ ਝੜਪਾਂ ਹੋਈਆਂ, ਆਪਣੇ ਫੌਜੀ ਮਾਰੇ ਗਏ, ਕੁਝ ਫੌਜੀ ਉਹਨਾਂ ਨੇ ਅਗਵਾ ਵੀ ਕਰ ਲਏ। ਪਹਿਲਾਂ ਤਾਂ ਭਾਰਤ ਸਰਕਾਰ ਇਹ ਤੋਂ ਜਿਹੜਾ ਮੁੱਕਰਦੀ ਰਹੀ ਹੈ ਵੀ ਕੋਈ ਬੰਦਾ ਅਗਵਾ ਨਹੀਂ ਗਿਆ। ਉਹ ਕੁਝ ਆਫੀਸਰ ਰੈਂਕ ਦੇ ਤੇ ਕੁਝ ਜਵਾਨ ਵੀ ਆਪਣੇ ਅਗਵਾ ਕਰਕੇ ਲੈ ਗਏ ਸੀ, ਜਿਨ੍ਹਾਂ ਨੂੰ ਕੁਝ ਦਿਨਾਂ ਬਾਅਦ ਉਹਨਾਂ ਨੇ ਮੋੜਿਆ। ਔਰ ਕਾਫੀ ਇੱਥੇ ਘਰਾਂ ਦੇ ਵਿੱਚ 70 ਵਿਸ਼ੇ ਨੌਜਵਾਨ ਸ਼ਹੀਦ ਹੋ ਗਏ ਉੱਥੇ ਉਸ ਝੜਪ ਦੇ ਦੌਰਾਨ। ਉਦੋਂ ਭਾਰਤ ਸਰਕਾਰ ਨੇ ਰਿਟਾਲੀਏਸ਼ਨ ਦੇ ਤੌਰ ਤੇ ਕਹਿ ਲਓ ਜਾਂ ਇੱਕ ਤਰ੍ਹਾਂ ਬਦਲੇ ਦੀ ਕਾਰਵਾਈ ਕਰਦਿਆਂ ਟਿਕਟੌਕ ਨੂੰ ਬੰਦ ਕੀਤਾ ਸੀ। ਟਿਕਟੌਕ ਭਾਰਤ ਵਿੱਚ ਬਹੁਤ ਮਸ਼ਹੂਰ ਸੀ, ਇਸੇ ਤਰ੍ਹਾਂ ਕੁਝ ਹੋਰ ਐਪਸ ਉਦੋਂ ਬੰਦ ਕੀਤੀਆਂ। ਪਰ ਐਤਕੀ ਜਿਸ ਐਪ ਨੇ ਨੌਜਵਾਨ ਵਰਗ ਨੂੰ, ਬੱਚਿਆਂ ਤੋਂ ਲੈ ਕੇ ਨੌਜਵਾਨ ਵਰਗ ਜਿਹੜਾ ਆ ਉਹ ਉਦੋਂ ਮਤਲਬ ਹੋਰ ਕੁਝ ਕਰਨ ਤੋਂ, ਹੋਰ ਕੁਝ ਪੜ੍ਹਨ ਲਿਖਣ ਤੋਂ ਜਾਂ ਸਾਰਥਕ ਕੰਮ ਕਰਨ ਤੋਂ ਇੱਕ ਤਰ੍ਹਾਂ ਨਾਲ ਰੋਕ ਕੇ ਰੱਖ ਰਹੀ ਸੀ। ਉਹ ਪਬਜੀ ਗੇਮ ਆ ਜੀ। ਬੱਚੇ ਅੱਧੀ ਰਾਤ ਨਹੀਂ, ਸਾਰੀ ਰਾਤ ਦਿਨ ਰਾਤ ਉਹ ਪਬਜੀ ਖੇਡਦੇ ਸੀਗੇ ਔਰ ਇੱਕ ਤਰ੍ਹਾਂ ਦਾ ਭਰਮ ਪੈਦਾ ਕਰਦੇ ਆ ਲੜਾਈ ਦਾ, ਹਨਾ। ਤੇ ਪੰਜਾਬ ਵਿੱਚ ਨਹੀਂ, ਹਿੰਦੁਸਤਾਨ ਭਰ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਦੇਖਣ ਚ ਆਈਆਂ ਵੀ ਜਿੱਥੇ ਬੱਚਿਆਂ ਨੇ ਖੁਦਕੁਸ਼ੀਆਂ ਕੀਤੀਆਂ ਨੇ ਉਸ ਪਬਜੀ ਦੇ ਪ੍ਰਭਾਵ ਦੇ ਵਿੱਚ ਆਣ ਕੇ। ਅਜਿਹੀ ਗੇਮ ਦਾ ਬੰਦ ਕਰਨਾ ਬਿਨਾਂ ਸ਼ੱਕ ਬਹੁਤ ਚੰਗਾ ਕਦਮ ਆ। ਨਾਲ 118 ਹੋਰ ਐਪਸ ਵੀ ਕੀਤੀਆਂ। ਪਹਿਲਾਂ ਵੀ ਚੀਨ ਬਹੁਤ ਬਫੜਾਇਆ ਸੀ ਪਈ ਜਦੋਂ ਟਿਕਟੌਕ ਬੰਦ ਕੀਤੀ ਆ। ਹੁਣ ਪਬਜੀ ਨੂੰ ਭਾਵੇਂ ਕਿ ਸਿੱਧੇ ਤੌਰ ਤੇ ਤਾਂ ਪਬਜੀ ਚੀਨ ਦੀ ਗੇਮ ਨਹੀਂ ਸੀ, ਪਰ ਇਹ ਸਪੋਰਟਿਵ ਸੀਗੀ ਚੀਨ ਵਾਲੇ ਪਾਸਿਓਂ। ਸੋ ਅਜਿਹਾ ਜਿਹੜਾ ਕਦਮ ਚੁੱਕਣਾ ਭਾਰਤ ਸਰਕਾਰ ਵੱਲੋਂ ਇੱਕ ਤਰ੍ਹਾਂ ਨਾਲ ਘੱਟੋ ਘੱਟ ਮਾਪਿਆਂ ਨੂੰ ਵੀ ਇਹਦੇ ਨਾਲ ਕਾਫੀ ਰਾਹਤ ਮਿਲੇਗੀ। ਦੇਸ਼ ਵਿਦੇਸ਼ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਉਹ ਕਿਉਂਕਿ ਬੱਚੇ ਚਿੜਚਿੜੇ ਹੋ ਜਾਂਦੇ ਆ ਜਦੋਂ ਦਿਨ ਰਾਤ ਤੁਸੀਂ ਕੋਈ ਗੱਲ ਦੇਖੋਗੇ ਔਰ ਉਸੇ ਤਰ੍ਹਾਂ ਮਹਿਸੂਸ ਕਰੋਗੇ। ਬੱਚੇ ਨੂੰ ਕੋਈ ਸਾਡੇ ਘਰਾਂ ਦੇ ਵਿੱਚ ਕੋਈ ਪਾਣੀ ਦਾ ਗਲਾਸ ਮੰਗ ਰਹੇ ਮਾਪੇ ਜਾਂ ਕੋਈ ਵੱਡਾ ਭੈਣ ਭਰਾ, ਵੱਡਾ ਛੋਟਾ, ਤੇ ਉਹ ਨਹੀਂ ਉਹ ਦੇਣਗੇ ਫ੍ਰਿਜ ਚੋਂ ਜਾਂ ਘੜੇ ਚੋਂ ਪਾ ਕੇ, ਕਿਉਂਕਿ ਉਹ ਡਿਸਟਰਬ ਹੋਣਾ ਮਹਿਸੂਸ ਕਰਦੇ ਆ। ਉਹਦੇ ਨਾਲ ਚਿੜਚਿੜੇ ਵੀ ਹੋ ਰਹੇ ਆ ਔਰ ਲਿਖਣ ਪੜ੍ਹਨ ਵਾਲੇ ਜਾਂ ਹੋਰ ਸਾਰਥਕ ਕੰਮਾਂ ਤੋਂ, ਗੇਮਾਂ ਤੋਂ ਬੱਚੇ ਜਿਹੜੇ ਆ ਉਹ ਦੂਰ ਹੋ ਰਹੇ ਸੀ। ਜੀ ਬਿਲਕੁਲ ਠੀਕ ਗੱਲ ਕਹੀ ਤੁਸੀਂ ਸਤੀ ਸਰ ਕਿ ਇਹੋ ਜਿਹੀਆਂ ਜਿਹੜੀਆਂ ਗੇਮਾਂ ਨੇ ਉਹਦੇ ਨਾਲ ਮਾਨਸਿਕ ਤੌਰ ਦੇ ਉੱਤੇ ਨੌਜਵਾਨਾਂ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਜੀ। ਔਰ ਮਾਨਸਿਕਤਾ ਜਦੋਂ ਕਿਸੇ ਵੀ ਮੁਲਕ ਦੀ ਖਰਾਬ ਹੋਣੀ ਸ਼ੁਰੂ ਹੋ ਜਾਏ ਤਾਂ ਫਿਰ ਉਸ ਮੁਲਕ ਦਾ ਜਿਹੜਾ ਭਵਿੱਖ ਹੈ ਉਹ ਖਤਰੇ 'ਚ ਹੋ ਜਾਂਦਾ ਹੈ। ਬਿਲਕੁਲ ਜੀ। ਔਰ ਕੁਝ ਇਸੇ ਤਰ੍ਹਾਂ ਹੀ ਇੱਕ ਗੱਲ ਹੈ ਕਿ ਜਿਹੜੇ ਦੇਸ਼ ਦੇ ਵਿੱਚ ਉਹਦੀ ਭਾਸ਼ਾ ਜਿਹੜੀ ਹੈ ਉਹਨੂੰ ਨਹੀਂ ਸੰਭਾਲਿਆ ਜਾਂਦਾ ਤਾਂ ਉਹ ਕਹਿੰਦੇ ਆ ਕਿ ਉਹਦੀ ਸੰਸਕ੍ਰਿਤੀ, ਉਹ ਮੁਲਕ ਵੀ ਕਦੇ ਵੀ ਤਬਾਹ ਹੋ ਸਕਦਾ ਹੈ, ਬਰਬਾਦ ਹੋ ਸਕਦਾ, ਉਹਦਾ ਨਾਮੋ ਨਿਸ਼ਾਨ ਮਿਟ ਜਾਂਦਾ ਹੈ। ਜੰਮੂ ਕਸ਼ਮੀਰ ਦੇ ਵਿੱਚ ਕੇਂਦਰੀ ਕੈਬਨਿਟ ਨੇ ਭਾਸ਼ਾਵਾਂ ਦੇ ਸੰਬੰਧੀ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ। ਇਹ ਇੱਕ ਖਬਰ ਹੈ ਜੀ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਇਹ ਬੜੇ ਦੁੱਖ ਦੀ ਗੱਲ ਆ ਕਿ ਜੰਮੂ ਕਸ਼ਮੀਰ ਹੁਣ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਿਆ। ਧਾਰਾ 370 ਉੱਥੋਂ ਹਟਾਤੀ ਗਈ ਸੀ ਪਿਛਲੇ ਸਾਲ 5 ਸਤੰਬਰ ਨੂੰ, 1 ਸਾਲ ਤੋਂ ਉੱਤੇ ਹੋ ਗਿਆ। ਹੁਣ ਕੇਂਦਰੀ ਕੈਬਨਿਟ ਨੇ ਇੱਕ ਬਿੱਲ ਨੂੰ ਪ੍ਰਵਾਨਗੀ ਦਿੱਤੀ ਆ ਜੀ, ਜਿਹਦੇ ਵਿੱਚ ਹਿੰਦੀ, ਡੋਗਰੀ ਤੇ ਕਸ਼ਮੀਰੀ। ਹਾਲਾਂਕਿ ਜੰਮੂ ਕਸ਼ਮੀਰ 'ਚ ਹਿੰਦੀ ਨਹੀਂ ਬੋਲੀ ਜਾਂਦੀ, ਉੱਥੇ ਡੋਗਰੀ ਆ, ਕਸ਼ਮੀਰੀ ਆ, ਪਹਾੜੀ ਹੈ, ਉਰਦੂ ਹੈ। ਪਰ ਇਸ ਬਿੱਲ ਦੇ ਵਿੱਚ ਜਿਹੜੀ ਪ੍ਰਵਾਨਗੀ ਆ ਉਹ ਹਿੰਦੀ ਨੂੰ ਮਿਲੀ ਹੈ, ਉਹ ਡੋਗਰੀ ਨੂੰ ਮਿਲੀ ਆ ਔਰ ਕਸ਼ਮੀਰੀ ਭਾਸ਼ਾ ਨੂੰ ਮਿਲੀ ਆ। ਪਰ ਉਹਦੇ ਵਿੱਚ ਕਿੰਨੇ ਸਿਤਮ ਦੀ ਗੱਲ ਆ
ਤੇ ਪੰਜਾਬੀ ਨੂੰ ਉਹਦੇ ਚੋਂ ਬਾਹਰ ਰੱਖਿਆ ਗਿਆ। ਜੀ ਪੂਰਾ ਜਿਹੜਾ ਜੰਮੂ ਖਿੱਤਾ ਆ, ਈਵਨ ਕਸ਼ਮੀਰ ਦੇ ਵਿੱਚ ਬਾਰਾਮੂਲਾ ਉੜੀ ਤੱਕ ਦਾ ਜਿਹੜਾ ਇਲਾਕਾ ਹੈ, ਜਿਹੜਾ ਆਜ਼ਾਦ ਕਸ਼ਮੀਰ ਦੇ ਨਾਲ ਲੱਗਦਾ, ਪੰਜਾਬੀ ਬੋਲੀ ਜਾਂਦੀ ਆ, ਸਮਝੀ ਜਾਂਦੀ ਆ। ਔਰ ਜਿਹੜੇ ਸਰਦਾਰ ਵਰਗ ਦੇ ਲੋਕ ਨੇ, ਉਹ ਭਾਈਚਾਰਾ ਆ, ਉਹ ਪੰਜਾਬੀ ਲਿਖਦਾ ਪੜਦਾ ਆ, ਬੋਲੀ ਜਾਂਦੀ। ਮੁਸਲਮਾਨ ਉੱਥੋਂ ਦੇ ਲੋਕਲ ਪੰਜਾਬੀ ਬੋਲਦੇ ਨੇ। ਗੁੱਜਰ ਜਿਹੜੇ ਨੇ, ਜਿੰਨੇ ਗੁੱਜਰ ਬੱਕਰਵਾਲ ਆ, ਉਹ ਸਾਰੇ ਪੰਜਾਬੀ। ਔਰ ਮੇਰੇ ਖਿਆਲ ਨਾਲ ਸੱਤੀ ਸਰ ਕਿ ਉੱਥੋਂ ਦੀ ਜਿਹੜੀ ਪੰਜਾਬੀ ਉਹ ਬੜੀ ਖਾਲਸ ਪੰਜਾਬੀ ਜਿਹਨੂੰ ਅਸੀਂ ਕਹਿੰਦੇ ਹਾਂ, ਹੈ ਨਾ। ਜਿੱਦਾਂ ਅਸੀਂ ਲਹਿੰਦੇ ਪੰਜਾਬ ਦੇ ਵੱਲ ਵੀ ਸੁਣਦੇ ਹਾਂ, ਔਰ ਕਿਆ ਮਾਸ਼ਾ ਅੱਲਾ ਉਹਨਾਂ ਦੀ ਭਾਸ਼ਾ ਹੈ ਜੀ। ਔਰ ਇਹ ਤੇ ਇੱਕ ਬੜੀ ਮੰਦਭਾਗੀ ਗੱਲ ਹੈ ਜੀ। ਦੇਖੋ ਹੁਣ ਪੰਜਾਬ ਦੇ ਵਿੱਚ ਹੀ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਸੜਕਾਂ ਤੇ ਬੋਰਡ, ਜਿਹੜੇ ਦਫ਼ਤਰਾਂ ਦੇ ਵਿੱਚ ਬੋਰਡ ਆ, ਕੇਂਦਰੀ ਪੰਜਾਬੀ ਲੇਖਕ ਸਭਾ ਝੰਡਾ ਚੁੱਕ ਕੇ ਰੱਖਦੀ ਆ। ਹਾਲਾਂਕਿ ਉਸ ਝੰਡਾ ਚੁੱਕਣ ਦੇ ਕੋਈ ਬਹੁਤੇ ਸਾਰਥਕ ਸਿੱਟੇ ਨਹੀਂ ਨਿਕਲੇ। ਜਿਹੜਾ ਹਰ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਪ੍ਰਧਾਨ ਬਣਦਾ ਚੋਣਾਂ ਤੋਂ ਬਾਅਦ, ਉਹ ਇਹ ਵਾਅਦਾ ਕਰਦਾ ਆਮ ਲੋਕਾਂ ਦੇ ਨਾਲ ਵੀ ਪੰਜਾਬੀ ਲਾਗੂ ਕਰਾਵਾਂਗੇ ਦਫ਼ਤਰਾਂ ਵਿੱਚ। ਬਿਨਾਂ ਸ਼ੱਕ ਯਤਨ ਵੀ ਹੋ ਰਹੇ ਆ, ਪਰ ਉਹਨਾਂ ਯਤਨਾਂ ਦੀ ਸਾਰਥਕਤਾ ਕੀ ਆ ਜਦ ਕੋਈ ਸਿੱਟੇ ਨਹੀਂ ਕੀ ਨਿਕਲਦੇ। ਚੰਡੀਗੜ੍ਹ 'ਚ ਵੀ ਆਪਾਂ ਲਾਗੂ ਕਰਵਾ ਸਕੇ। ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਸੀ। ਉੱਥੇ ਹਿੰਦੀ ਭਾਸ਼ਾ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਆ, ਪੰਜਾਬੀ ਨੂੰ ਕੋਈ ਪੁੱਛਦਾ ਨਹੀਂ। ਦਫ਼ਤਰਾਂ ਦੇ ਵਿੱਚ ਨਹੀਂ। ਤੁਸੀਂ ਸਾਈਨ ਬੋਰਡ ਜਿਹੜੇ ਆ, ਇੰਨਾ ਰੌਲਾ ਰੱਪਾ ਪੈਣ ਤੋਂ ਬਾਅਦ ਸਾਊਥ ਇੰਡੀਆ ਦੇ ਪ੍ਰੋਫੈਸਰ ਨੇ ਜਿਹੜੇ ਉੱਥੇ ਗਵਰਨਮੈਂਟ ਕਾਲਜ ਪੜ੍ਹਾਉਂਦੇ ਆ, ਉਹ ਇੱਥੇ ਪੰਜਾਬੀ ਲਾਗੂ ਕਰਵਾਉਣ ਲਈ ਯਤਨ ਕਰ ਰਹੇ ਹੋਣ, ਤੇ ਪੰਜਾਬ ਦੇ ਲੋਕਾਂ ਨੂੰ ਹੁਣ ਦੇਖੋ, ਇਹ ਤਾਂ ਤਾਜ਼ਾ ਘਟਨਾ ਹੋਈ ਆ ਵੀ ਉਸ ਕੇਂਦਰੀ ਜਿਹੜੀ ਕੈਬਨਿਟ ਆ, ਉਹਨੇ ਪੰਜਾਬੀ ਨੂੰ ਬਾਹਰ ਰੱਖਿਆ, ਜਿਹੜੇ ਬਿੱਲ ਨੂੰ ਪ੍ਰਵਾਨਗੀ ਦਿੱਤੀ ਆ। ਤੇ ਲੋਕਾਂ ਨੂੰ ਰੌਲਾ ਰੱਪਾ ਪਾਉਣਾ ਚਾਹੀਦਾ। ਇੱਕ ਤਰ੍ਹਾਂ ਨਾਲ ਇਹ ਪੰਜਾਬੀ ਭਾਸ਼ਾ ਨਾਲ ਧੱਕਾ ਆ, ਔਰ ਇਸ ਤਰ੍ਹਾਂ ਦਾ ਵਿਤਕਰਾ ਜਿਹੜਾ ਉਹ ਕਿਉਂ ਸਹਿਣ ਕੀਤਾ ਜਾਵੇ। ਬਿਲਕੁਲ ਪੰਜਾਬੀ ਡਾਇਸਪੋਰਾ ਪੂਰੀ ਦੁਨੀਆ ਦੇ ਵਿੱਚ ਫੈਲਿਆ ਆ। ਪੰਜਾਬੀ ਇਕੱਲੀ ਪੰਜਾਬ ਦੀ ਥੋੜ੍ਹਾ, ਸਾਡੇ ਤੋਂ ਕਈ ਕਰੋੜ ਵੱਧ ਲੋਕ ਆਪਣੇ ਨਾਲ ਦੇ ਮੁਲਕ ਦੇ ਵਿੱਚ ਪੰਜਾਬੀ ਬੋਲਦੇ ਨੇ। ਹਾਲਾਂਕਿ ਉਹਨਾਂ ਦੀ ਲਿਪੀ ਜਿਹੜੀ ਆ ਉਹ ਭਾਵੇਂ ਸ਼ਾਹਮੁਖੀ ਆ, ਗੁਰਮੁਖੀ ਨਹੀਂ। ਤਾਂ ਇਸ ਤਰ੍ਹਾਂ ਦਾ ਜਿਹੜਾ ਵਿਤਕਰਾ ਆ, ਇਹ ਨਾ ਸਹਿਣਯੋਗ ਆ। ਬਿਲਕੁਲ ਜੀ। ਔਰ ਆਪਣੀ ਭਾਸ਼ਾ ਜਿਹਨੂੰ ਅਸੀਂ ਕਹਿੰਦੇ ਹਾਂ ਮਾਤ ਭਾਸ਼ਾ, ਜਿਹਦੇ ਵਿੱਚ ਇੱਕ ਬੱਚਾ ਜਨਮ ਲੈਂਦਾ, ਬੋਲਦਾ ਹੈ, ਉਹਨਾਂ ਬੋਲੀ ਤੋਂ ਉਹ ਉਹਦੇ ਆਪਣੇ ਵਿਚਾਰ ਜਿਹੜੇ ਆ ਦੂਸਰਿਆਂ ਸਾਹਮਣੇ ਪ੍ਰਗਟ ਕਰ ਸਕਦਾ ਹੈ। ਇਹ ਤਾਂ ਕਹਿ ਲਓ ਕਿ ਕਿਸੇ ਇੱਕ ਕੌਮ ਦੀ, ਕਿਸੇ ਇੱਕ ਮੁਲਕ ਦੀ ਗੱਲ ਘੁੱਟਣ ਵਾਲੀ ਗੱਲ ਹੈ ਜੀ। ਸਤੀ ਸਰ, ਅੱਜ ਕੱਲ੍ਹ ਦੀ ਜੇਕਰ ਗੱਲ ਕੀਤੀ ਜਾਵੇ ਨੌਜਵਾਨਾਂ ਦੀ, ਉਹਨਾਂ ਦੇ ਰੁਜ਼ਗਾਰ ਦੀ ਜਾਂ ਬੇਰੁਜ਼ਗਾਰੀ ਦੀ ਗੱਲ ਕੀਤੀ ਜਾਵੇ, ਤਾਂ ਉਹਦੇ ਵਿੱਚ ਖਾਸ ਤੌਰ 'ਤੇ ਅਧਿਆਪਕ ਜਿਹੜੇ ਵਰਗ ਸੀਗਾ, ਅਧਿਆਪਕ ਵਰਗ ਖਾਸ ਕਰਕੇ ਉਹਦੀਆਂ ਖਬਰਾਂ ਚਰਚਿਤ ਹੁੰਦੀਆਂ ਸੀ ਕਿ ਉਹਨਾਂ ਦੇ ਉੱਤੇ ਲਾਠੀਆਂ ਬਰਸ ਰਹੀਆਂ ਨੇ, ਆਏ ਦਿਨ ਉਹ ਟੈਂਕੀਆਂ 'ਤੇ ਚੜ੍ਹੇ ਹੋਏ ਨੇ ਜੀ। ਲੇਕਿਨ ਭਲਕੇ ਦੀ ਗੱਲ ਹੈ ਕਿ ਪਟਿਆਲੇ ਦੇ ਵਿੱਚ ਜਿਹੜੇ ਮੋਟੀਵੇਟਰ ਸੀ, ਉਹਨਾਂ ਨੇ ਜਦੋਂ ਇਕੱਠ ਕੀਤਾ ਤਾਂ ਪੁਲਿਸ ਨੇ ਬੜੀ ਤਸ਼ੱਦਦ ਉਹਨਾਂ 'ਤੇ ਕੀਤੀ, ਲਾਠੀ ਚਾਰਜ ਕੀਤਾ ਗਿਆ ਜੀ। ਇਹ ਬੜੀ ਦੁਖਦਾਈ ਗੱਲ ਆ ਵੀ ਕੱਲ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਸ਼ਹਿਰ 'ਚ ਉਹ ਇਕੱਠੇ ਹੋ ਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਜਿਹੜੇ ਮੋਟੀਵੇਟਰ ਆ, ਉਹ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾ ਰਹੇ ਸੀ। ਉਹ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ, ਪਰ ਰਸਤੇ 'ਚ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਗੁਰਪ੍ਰੀਤ ਤੇ ਸੁਖਵਿੰਦਰ ਸਿੰਘ ਮੀਤ ਪ੍ਰਧਾਨ ਆ, ਉਹ ਫੱਟੜ ਵੀ ਹੋਇਆ, ਬੁਰੀ ਤਰ੍ਹਾਂ ਕੁੱਟਿਆ ਗਿਆ। 20-25 ਜਿਹੜੇ ਮੋਟੀਵੇਟਰ ਆ ਉਹ ਫੜ ਕੇ ਅੰਦਰ ਦਿੱਤੇ ਗਏ। ਉਹਨਾਂ ਦੇ ਨਾਲ ਇੱਕ ਔਰਤ ਮੋਟੀਵੇਟਰ ਵੀ ਸੀ। ਉਹ ਦੇਖੋ, ਅਜਿਹਾ ਧੱਕਾ ਕਰਕੇ ਸਰਕਾਰਾਂ ਵਿਰੋਧ ਦੀ ਜਿਹੜੀ ਸੁਰ ਆ ਉਹਨੂੰ ਦੱਬ ਨਹੀਂ ਸਕਦੇ, ਜਾਂ ਬਹੁਤੇ ਸਮੇਂ ਤੱਕ ਨਹੀਂ ਦੱਬੀ ਜਾ ਸਕਦੀ। ਜਿਹੜੇ ਵਾਅਦੇ ਕਰਕੇ ਸਰਕਾਰ ਬਣੀ ਸੀ, ਉਹ ਉਹਨਾਂ ਵਾਅਦਿਆਂ ਤੇ ਖਰੀ ਨਹੀਂ ਉਤਰੀ ਜੀ। ਠੀਕ ਹੈ। ਮਸਲਨ ਸਰਕਾਰਾਂ ਜਿਹੜੀਆਂ ਜਦੋਂ ਵੀ ਬਣਦੀਆਂ ਨੇ, ਕਦੀ ਵੀ ਉਹ ਚੋਣ ਮੈਨੀਫੈਸਟੋ, ਜਿਹੜਾ ਚੋਣ ਮਨੋਰਥ ਪੱਤਰ ਪੇਸ਼ ਕੀਤਾ ਜਾਂਦਾ, ਉਹਨਾਂ ਵਾਅਦਿਆਂ ਤੇ ਖਰੀਆਂ ਨਹੀਂ ਉਤਰਦੀਆਂ। ਆਪਾਂ ਇਹ ਨਹੀਂ ਕਹਿ ਸਕਦੇ ਵੀ 100% ਵਾਅਦੇ ਜਿਹੜੇ ਆ ਉਹ ਪੂਰੇ ਤਾਂ ਕਦੀ ਨਹੀਂ ਹੋ ਸਕਦੇ, ਪਰ ਕਿਤੇ ਨੇੜੇ ਤੇੜੇ ਜਾਣ 100 ਦੇ। ਉਹ ਤਾਂ ਇੱਥੇ ਪਾਸ ਮਾਰਕ ਤੱਕ ਨਹੀਂ ਪਹੁੰਚਦੇ। 33% ਵਾਅਦੇ ਸਰਕਾਰਾਂ ਕਿਤੇ ਪੂਰੀਆਂ ਕਰਦੇ ਜੀ। ਔਰ ਵਾਅਦਾ ਕੀਤਾ ਗਿਆ ਸੀ ਕਿ ਘਰ ਘਰ 'ਚ ਨੌਕਰੀ ਜੀ। ਔਰ ਜੇਕਰ ਦੇਖਿਆ ਜਾਏ ਤਾਂ ਅੱਜ ਕੱਲ੍ਹ ਦਾ ਜਿਹੜਾ ਨੌਜਵਾਨ ਵਰਗ ਹੈ, ਉਹ ਬੜਾ ਇਸ ਗੱਲ ਨੂੰ ਸੁਣ ਕੇ ਆਪਣੇ ਆਪ ਤੇ ਇੱਕ ਤਰ੍ਹਾਂ ਨਾਲ ਸ਼ਰਮ ਮਹਿਸੂਸ ਕਰਦਾ ਹੈ ਜੀ ਕਿ ਉਹ ਪੜ੍ਹਾਈ ਲਿਖਾਈ ਕਰਕੇ ਵੀ ਉਹਦੇ ਕੋਲ ਨੌਕਰੀ ਨਹੀਂ ਹੈ। ਜਦ ਕਿ ਜਦੋਂ ਇਹ ਕਹਿਣਾ ਤੇ ਨਹੀਂ ਚਾਹੀਦਾ ਕਿ ਜਦੋਂ ਸ਼ਰਾਬ ਦੇ ਨਾਲ, ਜ਼ਹਿਰੀਲੀ ਸ਼ਰਾਬ ਦੇ ਨਾਲ ਜਿਨ੍ਹਾਂ ਦੀਆਂ ਮੌਤਾਂ ਹੋਈਆਂ, ਉਹਨਾਂ ਦੇ ਪਰਿਵਾਰਾਂ ਨੂੰ ਵੀ ਜ਼ਰੂਰਤ ਸੀ, ਔਰ ਉੱਥੇ ਸਰਕਾਰ ਨੇ ਨੌਕਰੀਆਂ ਦੀ ਬਾਰਿਸ਼ ਕੀਤੀ। ਔਰ ਕੁਝ ਇਸੇ ਤਰ੍ਹਾਂ ਹੀ ਟਿਕਟੌਕ ਦੇ ਜਿਹੜੇ ਸਟਾਰ ਆ, ਉਹਨਾਂ ਨੂੰ ਵੀ ਨੌਕਰੀਆਂ ਦਿੱਤੀਆਂ ਗਈਆਂ। ਪਰ ਇਹ ਪੜ੍ਹਿਆ ਲਿਖਿਆ ਵਰਗ ਜਿਹੜਾ ਹਮੇਸ਼ਾ ਪੜ੍ਹ ਲਿਖ ਕੇ ਆਪਣੇ ਘਰ ਨੂੰ ਚਲਾਉਣਾ ਚਾਹੁੰਦਾ ਜੀ, ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਗਈ ਜੀ। ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਪਿੱਛੇ ਜਿਹੇ ਬਿਆਨ ਦੇ ਨਾਲ ਇਹ ਕਿਹਾ ਗਿਆ ਸੀਗਾ ਵੀ
ਪੰਜਾਬ ਸਰਕਾਰ 'ਚ ਨੌਕਰੀ ਲੈਣੀ ਹੋਵੇ ਵੀ ਜਾਂ ਤਾਂ ਜ਼ਹਿਰੀਲੀ ਸ਼ਰਾਬ ਪੀ ਕੇ ਮਰੋ, ਜੀ ਜਾਂ ਪਿਛਲੀ ਸਰਕਾਰ ਬਾਰੇ ਸੀਗਾ ਵੀ ਬੱਸਾਂ ਹੇਠ ਆਓ ਤੇ ਫਿਰ ਜੀ। ਨੌਕਰੀਆਂ ਮਿਲਦੀਆਂ ਨੇ। ਬਿਲਕੁਲ ਇਹ ਬੜੀ ਦੁਖਦਾਈ ਸਥਿਤੀ ਹੈ। ਜਿਹੜੇ ਕੁਝ ਸਮਰੱਥ ਲੋਕ ਆ ਉਹ ਤਾਂ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਆ, ਉਹ ਵੀ ਔਖੇ ਸੌਖੇ ਹੋ ਕੇ। ਕਈ ਵਾਰ ਬੱਚਿਆਂ ਨੂੰ ਉੱਥੇ ਜਾ ਕੇ ਕੰਮ ਨਹੀਂ ਮਿਲਦਾ ਤੇ ਮਾਪੇ ਇੱਥੋਂ ਜਿਹੜੀ ਆਪਣੀ ਜਮ੍ਹਾਂ ਪੂੰਜੀ ਆ ਜਾਂ ਕੋਈ ਜ਼ਮੀਨ ਗਹਿਣੇ ਰੱਖ ਕੇ ਕੋਈ ਕਿਸੇ ਤਰ੍ਹਾਂ ਪ੍ਰਬੰਧ ਕਰਕੇ ਵਿਦੇਸ਼ਾਂ 'ਚ ਉਹਨਾਂ ਦੀਆਂ ਫੀਸਾਂ ਭਰਦੀ ਹੈ। ਪਰ ਸਾਰੀ ਦੁਨੀਆ ਬਾਹਰ ਨਹੀਂ ਜਾ ਸਕਦੀ ਜੀ। ਬੱਚਿਆਂ ਨੂੰ ਜਿਹੜੀਆਂ ਸਾਡੀਆਂ ਮੁੱਢਲੀਆਂ ਲੋੜਾਂ ਨੇ, ਮੁੱਢਲੀਆਂ ਲੋੜਾਂ ਕੀ ਇੱਕ ਮਨੁੱਖ ਦੀਆਂ ਹੁੰਦੀਆਂ, ਮੈਡੀਕਲ ਸੇਵਾਵਾਂ, ਵਿਦਿਆ ਤੇ ਰੋਜ਼ਗਾਰ, ਇਹ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਨੇ। ਉਸ ਤੋਂ ਮਗਰੋਂ ਵਾਤਾਵਰਨ ਆਉਂਦਾ। ਪਰ ਸਾਡੇ ਇਹ ਸਾਰਾ ਤਾਣਾ ਪੇਟਾ ਜਿਹੜਾ ਆ ਉਹ ਬੁਰੀ ਤਰ੍ਹਾਂ ਉਲਝਿਆ ਹੋਇਆ। ਚੱਜ ਦੀ ਵਿਦਿਆ ਨਹੀਂ ਬੱਚਾ ਪ੍ਰਾਪਤ ਕਰ ਸਕਦਾ। ਪਿੰਡਾਂ ਦੇ ਸਕੂਲਾਂ ਦੇ ਵਿੱਚ ਜਿੱਥੇ ਸਰਕਾਰੀ ਸਕੂਲਾਂ 'ਚ ਅਸੀਂ ਵੀ ਪੜ੍ਹੇ ਹਾਂ, ਹੁਣ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬਿਹਾਰ ਤੋਂ ਇੱਥੇ ਮਜ਼ਦੂਰ ਵਰਗ ਰਹਿ ਰਿਹਾ, ਯੂਪੀ ਦਾ ਮਜ਼ਦੂਰ ਵਰਗ ਰਹਿ ਰਿਹਾ, ਉਹ ਉਹਨਾਂ ਸਕੂਲਾਂ 'ਚ ਪੜ੍ਹ ਰਿਹਾ। ਚੰਗੇ ਜਿਹੜੇ ਸਮਰੱਥ ਲੋਕ ਆ ਉਹ ਆਪਣੇ ਬੱਚਿਆਂ ਨੂੰ ਬਿਹਤਰ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਨੇ। ਪਹਿਲੀ ਗੱਲ ਤਾਂ ਉੱਥੇ ਜਿਹੜੇ ਵਧੀਆ ਸਕੂਲਾਂ 'ਚ ਬੱਚੇ ਪੜ੍ਹਦੇ ਆ ਉਹ ਪ੍ਰਾਇਮਰੀ ਸਕੂਲਾਂ ਵਾਲੇ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਫਿਰ ਦੇਖਣ 'ਚ ਆਉਂਦਾ ਵੀ ਉਹ ਤੋਂ ਮਗਰੋਂ ਰੋਜ਼ਗਾਰ, ਮੈਡੀਕਲ ਸੇਵਾਵਾਂ ਨਹੀਂ। ਪੰਜਾਬ ਦੇ ਇਹੋ ਜਿਹੇ ਇਲਾਕੇ ਆ ਕੰਢੀ ਏਰੀਏ ਦੇ, ਦੂਰ ਦਰਾਜ ਦਾ ਕੰਢੀ ਏਰੀਆ ਲਾ ਲਓ, ਜਾਂ ਜਿਹੜੇ ਬਾਰਡਰ ਦੇ ਇਲਾਕੇ ਨੇ, ਰਾਵੀ ਦੇ ਨਾਲ ਲੱਗਦਾ ਇਲਾਕਾ ਆ, ਗੁਰਦਾਸਪੁਰ ਦਾ, ਅੰਮ੍ਰਿਤਸਰ ਦਾ ਜਾਂ ਫਿਰੋਜ਼ਪੁਰ ਦੇ, ਉੱਥੇ ਮੈਡੀਕਲ ਸੇਵਾਵਾਂ ਹੀ ਨਹੀਂ, ਕੋਈ ਵਿਦਿਅਕ ਸੇਵਾਵਾਂ ਨਹੀਂ। ਔਰ ਅਧਿਆਪਕਾਂ ਨੂੰ ਬੇੜੀਆਂ 'ਚ ਬੈਠ ਕੇ ਜਿਹੜਾ ਆ ਉਹ ਸਕੂਲਾਂ 'ਚ ਪਹੁੰਚਣਾ ਪੈਂਦਾ। ਬੱਚੇ ਜਿਹੜੇ ਆ ਉਹ ਖਾਲ ਦਰਿਆ ਪਾਰ ਕਰਕੇ ਸਕੂਲਾਂ ਦੇ ਵਿੱਚ ਪਹੁੰਚਦੇ ਨੇ। ਤੇ ਤੁਸੀਂ ਇਹੋ ਜਿਹੇ ਮਾਹੌਲ ਦੇ ਵਿੱਚ ਜਿਹੜਾ ਆ ਉਹ ਕੀ ਆਸ ਰੱਖ ਸਕਦੇ ਹੋ ਸਰਕਾਰ ਤੋਂ? ਬਿਲਕੁਲ। ਕਿਧਰੇ ਤੁਹਾਨੂੰ ਇਹ ਤੇ ਨਹੀਂ ਲੱਗਦਾ ਸੱਤੀ ਸਰ ਕਿ ਉੱਥੇ ਸਕੂਲ ਨਾ ਸੀ ਪਰ ਠੇਕੇ ਜ਼ਰੂਰ ਮੌਜੂਦ ਹੈ? ਠੇਕਿਆਂ ਬਾਰੇ ਤਾਂ ਇਹ ਆ ਵੀ ਸਰਕਾਰ ਦਾ ਮਾਲੀਆ ਮਰ ਰਿਹਾ ਸੀਗਾ। ਵੀ ਲਾਕਡਾਊਨ 'ਚ ਸਭ ਤੋਂ ਵੱਧ ਚਿੰਤਾ ਸਰਕਾਰ ਨੂੰ ਮਤਲਬ ਸ਼ਰਾਬ ਤੋਂ ਜਿਹੜਾ ਮਾਲੀਆ ਆਉਂਦਾ ਉਹ ਮਰਦੀ ਸੀ। ਔਰ ਸਭ ਤੋਂ ਪਹਿਲਾਂ ਠੇਕੇ ਖੋਲਿਆ। ਵੀਕਐਂਡ ਤੇ ਲਾਕਡਾਊਨ ਲਾਗੂ ਆ ਸਾਡੇ, ਸੈਚਰਡੇ ਸੰਡੇ, ਸ਼ਨੀਚਰ ਐਤਵਾਰ ਲਾਕਡਾਊਨ ਹੁੰਦਾ, ਪਰ ਸ਼ਰਾਬ ਦੇ ਠੇਕੇ ਖੁੱਲੇ ਹੁੰਦੇ ਆ। ਬਿਲਕੁਲ। ਬਾਕੀ ਸੇਵਾਵਾਂ 6:30 ਵਜੇ ਸੁਸਰੀ ਸੌ ਜਾਂਦੀ, ਸੁਸਰੀ ਵਾਂਗ ਸਾਰਾ ਮਾਹੌਲ ਹੋ ਜਾਂਦਾ। ਪਰ ਸ਼ਰਾਬ ਦੇ ਠੇਕੇ ਰੌਲਾ ਰੱਪਾ ਪਾ ਕੇ ਲੋਕ ਰੌਲਾ ਪਾ ਰਹੇ ਆ ਵੀ ਜੇ ਬਾਕੀ ਜਿਹੜੀਆਂ ਦੁਕਾਨਾਂ ਆ, ਕਾਰੋਬਾਰ ਆ, ਉਹ 6:30 ਬੰਦ ਹੋ ਜਾਂਦਾ ਤੇ ਸ਼ਰਾਬ ਦੇ ਠੇਕੇ ਵੀ ਬੰਦ ਕਰੋ। ਪਰ ਉਹਦੇ ਬਾਵਜੂਦ ਚੋਰ ਮੋਰੀਆਂ ਰਾਹੀਂ, ਪਿਛਲੇ ਦਰਵਾਜ਼ਿਆਂ ਰਾਹੀਂ ਔਰ ਉਹ ਵੱਧ ਸਮਾਂ ਲੈ ਰਹੇ ਆ। ਇਹ ਸਰਕਾਰਾਂ ਜਦ ਤੱਕ ਨਸ਼ੀਲੇ ਪਦਾਰਥਾਂ ਦੀ ਵਿਕਰੀ ਨੂੰ ਨਹੀਂ ਨੱਥ ਪਾਉਂਦੀਆਂ, ਠੇਕਿਆਂ ਤੇ ਕਿਸੇ ਤਰ੍ਹਾਂ ਦਾ ਕੰਟਰੋਲ, ਆਮ ਹੀ ਤੁਸੀਂ ਦੇਖੋ ਲੋਕ ਵਿਰੋਧ ਕਰਦੇ ਹੁੰਦੇ ਆ ਵੀ ਆਬਾਦੀ ਦੇ ਵਿੱਚ ਠੇਕਾ ਖੋਲ੍ਹਤਾ ਜੀ, ਸਕੂਲ ਦੇ ਲਾਗੇ ਠੇਕਾ ਖੋਲ੍ਹ ਦਿੱਤਾ। ਜੇ ਸਰਕਾਰਾਂ ਇਹ ਨਹੀਂ ਸੋਚਦੀਆਂ ਉਹਦੇ ਲਈ ਵੀ ਲੋਕਾਂ ਨੂੰ ਸੰਘਰਸ਼ ਕਰਨਾ ਪਵੇ ਤਾਂ ਕੋਈ ਚੰਗੀ ਗੱਲ ਨਹੀਂ। ਅਸੀਂ ਕਹਿੰਦੇ ਹਾਂ ਕਿ ਸਾਡਾ ਜਿਹੜਾ ਭਾਰਤ ਹੈ ਉਹ ਇੱਕ ਲੋਕਤਾਂਤਰਿਕ ਦੇਸ਼ ਹੈ, ਲੋਕਾਂ ਦੀ ਇੱਥੇ ਚੱਲਦੀ। ਤੁਸੀਂ ਇਸ ਗੱਲ ਨਾਲ ਕਿੰਨੀ ਕੁ ਸਹਿਮਤੀ ਰੱਖਦੇ ਹੋ ਕਿ ਦੇਖੋ ਜਿੱਥੇ ਲੋਕ ਕੀ ਜੋ ਚਾਹੁੰਦੇ ਨੇ ਉਹਨਾਂ ਨੂੰ ਉਹ ਜਿਹੜੀਆਂ ਬੇਸਿਕ ਜ਼ਰੂਰਤਾਂ ਨੇ ਉਹੀ ਨਹੀਂ ਉਹਨਾਂ ਦੀਆਂ ਪੂਰੀਆਂ ਹੋ ਰਹੀਆਂ, ਉਹੀ ਚੀਜ਼ਾਂ ਉਹਨਾਂ ਨੂੰ ਨਹੀਂ ਮਿਲ ਰਹੀਆਂ, ਤਾਂ ਲੋਕਤੰਤਰ ਕਿੱਥੇ ਹੈ? ਦੇਖੋ ਲੋਕਤੰਤਰ ਬਾਰੇ ਇੱਕ ਕਿਹਾ ਜਾਂਦਾ ਵੀ ਲੋਕਤੰਤਰ ਕੀ ਹੁੰਦਾ? ਲੋਕਾਂ ਦੀ ਸਰਕਾਰ ਜੀ, ਲੋਕਾਂ ਦੁਆਰਾ ਬਣਵਾਈ ਹੋਈ ਤੇ ਲੋਕਾਂ ਲਈ ਜਿਹੜੀ ਕੰਮ ਕਰਦੀ ਆ। ਪਰ ਇਹ ਤਿੰਨੇ ਤਰ੍ਹਾਂ ਹੀ ਸਾਡੀਆਂ ਸਰਕਾਰਾਂ ਸਾਡੀਆਂ ਨਹੀਂ। ਲੋਕਤੰਤਰ ਤਾਂ ਹੁੰਦਾ ਜਿੱਥੇ ਤੁਸੀਂ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾ ਸਕੋ, ਸਰਕਾਰ ਦਾ ਵਿਰੋਧ ਕਰ ਸਕੋ। ਸਰਕਾਰ ਦਾ ਵਿਰੋਧ ਹੁੰਦਾ ਤੇ ਲਾਠੀਆਂ, ਜੇਲਾਂ ਨੇ। ਬੁੱਧੀਜੀਵੀ ਵਰਗ ਨੂੰ ਫੜ ਕੇ ਅੰਦਰ ਦਿੱਤਾ ਜਾਂਦਾ। ਡਾਕਟਰ ਕਫੀਲ ਪੁਣੇ ਤਾਜ਼ੀ ਉਦਾਹਰਣ ਹੈ ਜੀ। ਇਲਾਹਾਬਾਦ ਹਾਈ ਕੋਰਟ ਨੂੰ ਦਖਲ ਦੇਣਾ ਪਿਆ। ਕੱਲ ਉਹਨਾਂ ਦੀ ਰਿਹਾਈ ਹੋਈ ਆ ਮਥੁਰਾ ਜੇਲ੍ਹ ਦੇ ਵਿੱਚੋਂ। ਪਈ ਉਹਨਾਂ ਨੇ ਕਿਹਾ ਵੀ ਉਹਨਾਂ ਤੇ ਜਿਹੜਾ ਕੌਮੀ ਸੁਰੱਖਿਆ ਕਾਨੂੰਨ ਹੈ ਉਹ ਲਾਗੂ ਹੀ ਨਹੀਂ ਹੁੰਦਾ, ਔਰ ਕੱਲ ਸਰਕਾਰ ਨੂੰ ਛੱਡਣਾ ਪਿਆ। ਪਰ ਉਹਨਾਂ ਨੇ ਕਿਹਾ ਵੀ ਡਾਕਟਰ ਕਫੀਲ ਨੇ ਰਿਹਾਈ ਤੋਂ ਬਾਅਦ ਜਿਹੜਾ ਪਹਿਲਾ ਬਿਆਨ ਦਿੱਤਾ, ਅਲੀਗੜ੍ਹ ਯੂਨੀਵਰਸਿਟੀ ਦੇ ਰੈਜ਼ੀਡੈਂਟ ਡਾਕਟਰਸ ਦੀ ਐਸੋਸੀਏਸ਼ਨ ਨੇ ਸਵਾਗਤ ਕੀਤਾ, ਹੋਰ ਲੋਕਾਂ ਨੇ ਸਵਾਗਤ ਕੀਤਾ। ਪਰ ਉਹਨਾਂ ਨੇ ਕਿਹਾ ਵੀ ਜਿਹੜੀ ਯੋਗੀ ਸਰਕਾਰ ਆ ਇਹ ਮੈਨੂੰ ਕਿਸੇ ਨਾ ਕਿਸੇ ਹੋਰ ਕੇਸ ਵਿੱਚ ਫਸਾ ਲਵੇਗੀ। ਜਦੋਂ ਇਹੋ ਜਿਹੇ ਡਰ ਦੇ ਵਿੱਚ ਬੁੱਧੀਜੀਵੀ ਵਰਗ ਜੀ ਰਿਹਾ ਹੋਵੇ, ਦੇਖੋ ਜਿਹੜੇ ਮੁਲਕ ਨੂੰ ਬੁੱਧੀਜੀਵੀ ਵਰਗ ਸੇਧ ਦੇ ਸਕਦਾ ਹੈ, ਪਰ ਉਹ ਜੇ ਕੋਈ ਮਾੜਾ ਮੋਟਾ ਵੀ ਵਿਰੋਧ ਦੀ ਗੱਲ ਕਰਦੇ ਆ ਤੇ ਤੁਸੀਂ ਉਹਨਾਂ ਤੇ ਤਸ਼ੱਦਦ ਢਾਓ, ਉਹਨਾਂ ਨੂੰ ਬਿਨਾਂ ਵਜ੍ਹਾ ਅੰਦਰ ਡੱਕੋ, ਘਰਾਂ 'ਚ ਨਜ਼ਰਬੰਦ ਕਰੋ, ਤਾਂ ਉੱਥੇ ਕੀ ਤਵੱਕੋ ਕੀਤੀ ਜਾ ਸਕਦੀ ਹੈ? ਜੀ ਬਿਲਕੁਲ। ਔਰ ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਗੱਲਾਂ ਨੂੰ ਆਪਣੇ ਜ਼ਿਹਨ ਦੇ ਵਿੱਚ ਇੱਕ ਚੰਗੇ ਨਾਗਰਿਕ ਦੇ ਤੌਰ ਤੇ ਜ਼ਰੂਰ ਰੱਖਣਾ ਚਾਹੀਦਾ ਔਰ ਇਹੋ ਜਿਹੀਆਂ ਗੱਲਾਂ ਜ਼ਰੂਰ ਸੁਣਨੀਆਂ ਚਾਹੀਦੀਆਂ ਨੇ।
ਸਤੀ ਸਰ ਨੇ ਸਾਨੂੰ ਬਹੁਤ ਸਾਰੀਆਂ ਗੱਲਾਂ ਐਸੀਆਂ ਦੱਸੀਆਂ ਔਰ ਮੇਰੇ ਖਿਆਲ ਦੇ ਨਾਲ ਜੇਕਰ ਅਸੀਂ ਇਹਨਾਂ ਗੱਲਾਂ ਨੂੰ ਨਿਰੰਤਰ ਸੁਣਦੇ ਰਹੀਏ ਤੇ ਸਾਡਾ ਜਿਹੜਾ ਜ਼ਿਹਨ ਹੈ ਉਹ ਜ਼ਰੂਰ ਇਹ ਸਮਝ ਆਏਗਾ ਕਿ ਕਿਹੜੀ ਚੀਜ਼ ਚੰਗੀ ਹੈ ਔਰ ਕਿਹੜੀ ਚੀਜ਼ ਮਾੜੀ ਹੈ ਔਰ ਅਗਲੀ ਵਾਰੀ ਵੋਟ ਪਾਉਣ ਤੋਂ ਪਹਿਲਾਂ ਤੁਸੀਂ ਇਹ ਜ਼ਰੂਰ ਸੋਚੋਗੇ ਕਿ ਪੰਜਾਬ ਕੀ ਚਾਹੁੰਦਾ ਹੈ, ਇਕੱਲਾ ਸਲੋਗਨ ਨਹੀਂ ਸੁਣੋਗੇ। ਸਤੀ ਸਰ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਦੇ ਨਾਲ ਬਹੁਤ ਸਾਰੀਆਂ ਆਪਾਂ ਗੱਲਾਂ ਬਾਤਾਂ ਕੀਤੀਆਂ ਔਰ ਬਹੁਤ ਸਾਰੇ ਮਸਲਿਆਂ ਦੇ ਉੱਤੇ ਗੱਲਾਂ ਬਾਤਾਂ ਕੀਤੀਆਂ। ਵਕਤ ਹੁਣ ਇਜਾਜ਼ਤ ਨਹੀਂ ਦੇ ਰਿਹਾ, ਅਗਲੀ ਵਾਰੀ ਫਿਰ ਆਪਾਂ ਇਸੇ ਤਰ੍ਹਾਂ ਜੁੜ ਬੈਠਾਂਗੇ ਔਰ ਆਪਣੇ ਪੰਜਾਬ ਬਾਰੇ ਔਰ ਦੇਸ਼ ਬਾਰੇ ਗੱਲਾਂ ਬਾਤਾਂ ਕਰਾਂਗੇ। ਕਮਲਪ੍ਰੀਤ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਪੰਜਾਬ ਮੇਲ USA ਦੇ ਦਰਸ਼ਕਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੈਨੂੰ ਖਬਰ ਜੰਕਸ਼ਨ 'ਚ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਜੀ ਸੁਣਿਆ ਜੀ। ਔਰ ਇਸੇ ਦੇ ਨਾਲ ਹੀ ਅਸੀਂ ਤੁਹਾਡੇ ਤੋਂ ਹੁਣ ਇਜਾਜ਼ਤ ਚਾਹਾਂਗੇ। ਬਹੁਤ ਬਹੁਤ ਸ਼ੁਕਰੀਆ।